ਸਤਿ ਸ਼੍ਰੀ ਅਕਾਲ ਜੀ। ਮੈਂ ਡਾਕਟਰ ਵੀਰ ਤੇ ਪ੍ਰੋਗਰਾਮ ਲੈ ਕੇ ਆਈ ਹਾਂ ਸਾਹਿਤਿਕ ਧੰਦਾ। ਅਸੀਂ ਹਰ ਵਾਰ ਦੀ ਤਰ੍ਹਾਂ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਦੇ ਨਾਲ ਸਾਂਝ ਪਾਉਂਦੇ ਹਾਂ, ਉਹਨਾਂ ਦੇ ਨਵੇਂ ਰੁਝਾਨ ਜਾਣਦੇ ਹਾਂ। ਅੱਜ ਮੇਰੇ ਨਾਲ ਜੋ ਲੇਖਕ ਨੇ, ਉਹਨਾਂ ਨੇ ਬਤੌਰ ਪ੍ਰਿੰਸੀਪਲ ਅਧਿਆਪਨ ਕਾਰਜ ਵੀ ਕੀਤਾ, ਨਾਲ ਸਾਹਿਤ ਨਾਲ ਵੀ ਜੁੜੇ ਰਹੇ ਨੇ ਤੇ ਉਹਨਾਂ ਨੇ ਕਵਿਤਾਵਾਂ ਵੀ ਲਿਖੀਆਂ ਤੇ ਕਹਾਣੀਆਂ ਵੀ ਲਿਖੀਆਂ ਨੇ। ਗੱਲਬਾਤ ਕਰਨੀ ਅਸੀਂ ਉਹਨਾਂ ਦੇ ਨਾਲ। ਮੇਰੇ ਨਾਲ ਨੇ ਸਰ ਵਿਨੋਦ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ, ਸਵਾਗਤ ਹੈ ਜੀ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ ਸਰ, ਲਗਾਤਾਰ ਤੁਸੀਂ ਅਧਿਆਪਨ ਕਾਰਜ ਕਰਦੇ ਰਹੇ, ਫਿਰ ਉਹਦੇ ਨਾਲ ਤੁਸੀਂ ਸਾਹਿਤ ਵੱਲ ਨੂੰ ਆਏ, ਸਾਹਿਤ ਦੀ ਸੇਵਾ ਕਰ ਰਹੇ ਹੋ, ਹਿੰਦੀ ਨੂੰ ਲੈ ਕੇ ਪੰਜਾਬੀ ਨਾਲ ਵੀ ਹੈ ਨਾ ਜੁੜੇ ਹੋਏ ਹੋ ਜੀ। ਇਸ ਸਫ਼ਰ ਵੱਲ ਅਸੀਂ ਵਧਣ ਤੋਂ ਪਹਿਲਾਂ ਅਸੀਂ ਜਾਣਾਂਗੇ ਤੁਹਾਡੇ ਪਿਛੋਕੜ ਬਾਰੇ, ਪਰਿਵਾਰਕ ਕਿੱਥੇ ਤੁਹਾਡੀ ਪੈਦਾਇਸ਼ ਹੋਈ ਹੈ, ਕਿੱਦਾਂ ਤੁਹਾਡਾ ਜਿਹੜਾ ਸਫ਼ਰ ਹੈਗਾ ਬਚਪਨ ਤੋਂ ਲੈ ਕੇ ਇੱਥੋਂ ਤੱਕ ਦਾ ਕਿੱਦਾਂ ਦਾ ਰਿਹਾ, ਉਹਦੇ ਬਾਰੇ ਵਿਚਾਰ ਸਾਂਝੇ ਕਰਨੇ ਆ ਅਸੀਂ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਕਿ ਇੱਕ ਸਾਹਿਤਿਕ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਨੂੰ ਕਾਲ ਕੀਤਾ ਹੈ। ਬਹੁਤ ਸ਼ੁਕਰੀਆ ਸਰ। ਤਾਂ ਜਿੱਥੋਂ ਤੱਕ ਮੇਰੇ ਸਫ਼ਰ ਦੀ ਗੱਲ ਹੈ, ਮੇਰਾ ਪੈਦਾਇਸ਼ੀ ਮੇਰਾ ਜਨਮ ਜੋ ਹੈ ਉਹ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹਾ ਜੋ ਹੈ, ਜੋ ਹੁਣ ਜ਼ਿਲ੍ਹਾ ਬਣਿਆ, ਪਹਿਲੇ ਉਹ ਤਹਿਸੀਲ ਸੀ, ਤਾਂ ਉੱਥੇ ਹੋਇਆ। ਔਰ ਮੇਰੀ ਗ੍ਰੈਜੂਏਸ਼ਨ ਤੱਕ ਦੀ ਸਿੱਖਿਆ ਜਿਹੜੀ ਹੈ ਉਹ ਵੀ ਫਾਜ਼ਿਲਕਾ ਹੋਈ ਹੈ। ਤੇ ਉਸ ਤੋਂ ਬਾਅਦ ਮੇਰਾ ਅਧਿਆਪਨ ਜੋ ਵੀ ਅੱਗੇ ਸਫ਼ਰ ਚੱਲਿਆ, ਤਾਂ ਮਤਲਬ ਮੇਰਾ ਪਹਿਲਾ ਜੋ ਪਿਆਰ ਹੈ ਸਮਝ ਲਓ ਆਪਣੇ ਜੋ ਉਹ ਫਾਜ਼ਿਲਕਾ, ਕਿਉਂਕਿ ਜਿੱਥੇ ਜਨਮ ਹੋਇਆ ਉਸ ਤੋਂ ਬਾਅਦ ਫਿਰ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜਿਵੇਂ ਨੌਕਰੀ ਚੱਲਦੀ ਰਹੀ ਉਸ ਤਰ੍ਹਾਂ ਤੇ ਜਾਂਦੇ ਰਹੇ। ਤੇ ਇਸ ਟਾਈਮ ਮੈਂ ਖਰੜ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਮੈਂ ਰਹਿ ਰਿਹਾ ਜੀ। ਔਰ ਮੈਨੂੰ ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲਿਆ। ਬਹੁਤ ਸ਼ੁਕਰੀਆ ਸਰ। ਸਰ, ਬਚਪਨ ਦੇ ਵਿੱਚ ਕੈਸਾ ਮਾਹੌਲ ਸੀਗਾ? ਫਾਜ਼ਿਲਕਾ ਦੀ ਉਹ ਧਰਤੀ ਕਹਿੰਦੇ ਨੇ ਉਹ ਵੱਖਰੀ ਕਿਸਮ ਦੀ ਧਰਤੀ ਹੈ, ਜਿੱਥੋਂ ਬਹੁਤ ਸਾਰੇ ਜਿਹੜੇ ਅਲੱਗ ਤਰ੍ਹਾਂ ਦੀਆਂ ਤੁਹਾਨੂੰ ਚੀਜ਼ਾਂ, ਇੱਕ ਵੱਖਰਾ ਹੀ ਇਤਿਹਾਸ ਆ ਉੱਥੋਂ ਦਾ, ਹੈ ਨਾ। ਉਹਦੇ ਬਾਰੇ ਮੈਂ ਜਾਣਨਾ ਚਾਹੂੰਗੀ। ਜਦੋਂ ਤੁਹਾਡਾ ਬਚਪਨ ਉੱਥੇ ਬੀਤਦਾ, ਕਿੱਦਾਂ ਦਾ ਬਚਪਨ ਰਿਹਾ ਕਿ ਸਾਹਿਤ ਦੀ ਜਿਹੜੀ ਚੇਟਕ ਆ ਕਦੋਂ ਲੱਗੀ? ਉਹ ਦੇਖੋ, ਬਚਪਨ ਜੋ ਹੈ ਉਸ ਦੇ ਵਿੱਚ ਮੈਂ ਇੱਕ ਮਤਲਬ ਬਿਲੋ ਮਿਡਲ ਕਲਾਸ ਸਾਡੀ ਪਰਿਵਾਰ ਸੀ ਜੀ, ਤਾਂ ਲੇਕਿਨ ਸਿੱਖਿਆ ਔਰ ਸਾਹਿਤ ਨਾਲ ਸਾਰੇ ਜੁੜੇ ਹੋਏ ਸੀ। ਤਾਂ ਮੇਰੇ ਪਿਤਾ ਜੀ ਇੱਕ ਜੋ ਪ੍ਰਾਇਮਰੀ ਸਕੂਲ ਦੇ ਹੈਡਮਾਸਟਰ ਸੀ, ਪ੍ਰਾਈਵੇਟ ਸਕੂਲ ਦੇ, ਤਾਂ ਉਹਨਾਂ ਦੇ ਮਨ ਦੇ ਵਿੱਚ ਵੀ ਸਾਹਿਤ ਦੇ ਪ੍ਰਤੀ ਬਹੁਤ ਜ਼ਿਆਦਾ ਲਗਾਵ ਸੀ। ਇਸ ਵਾਸਤੇ ਮੈਂ ਜਦੋਂ 5ਵੀਂ ਕਲਾਸ ਪਾਸ ਕੀਤੀ, 5ਵੀਂ ਕਲਾਸ ਵਿੱਚ ਵੀ ਮੇਰਾ ਜੋ ਜ਼ਿਲ੍ਹੇ ਦੇ ਵਿੱਚੋਂ ਸਕਾਲਰਸ਼ਿਪ ਦੇ ਵਿੱਚ ਮੇਰਾ ਤੀਸਰਾ ਸਥਾਨ ਸੀ, ਯਾਨੀ ਸਿੱਖਿਆ ਦੇ ਨਾਲ ਮੈਂ ਕਾਫੀ ਜੁੜਿਆ ਹੋਇਆ ਸੀ। ਤਾਂ ਮੇਰੇ ਪਿਤਾ ਜੀ ਨੇ ਮੈਨੂੰ ਇੱਕ ਉਸ ਸਮੇਂ ਹਿੰਦੀ ਦੇ, ਪੰਜਾਬੀ ਦੇ ਇਮਤਿਹਾਨ ਹੁੰਦੇ ਸੀ, ਜਿਸ ਤਰ੍ਹਾਂ ਹਿੰਦੀ ਦਾ ਰਤਨ ਭੂਸ਼ਣ ਪ੍ਰਭਾਕਰ। ਤਾਂ ਮੈਂ 6ਵੀਂ 'ਚ ਸੀ, 6ਵੀਂ 'ਚ ਮੈਨੂੰ ਉਹਨਾਂ ਨੇ ਰਤਨ ਦੀ ਪ੍ਰੀਖਿਆ ਜੋ ਉਹ ਦਿਲਾਈ। ਉਸ ਦੇ ਵਿੱਚ ਮੈਂ ਸਾਹਿਤ ਦੀਆਂ ਸਾਰੀਆਂ ਜੋ ਵਿਧਾ ਨੇ ਉਹਦੇ ਨਾਲ ਜੁੜ ਗਿਆ, ਕਿਉਂਕਿ ਉਸ ਦੇ ਵਿੱਚ ਹਿੰਦੀ ਦੇ 6 ਪੇਪਰ ਔਰ ਕਵਿਤਾ, ਕਹਾਣੀ, ਆਲੋਚਨਾ, ਨਾਟਕ, ਤਾਂ ਇਹ ਸਾਰਾ ਕੁਝ ਸੀ। ਔਰ ਇਸ ਤੋਂ ਬਾਅਦ ਜਦੋਂ ਮੈਂ 7th ਦੇ ਹੋਇਆ ਤਾਂ ਮੈਂ ਪ੍ਰਭਾਕਰ, ਜਿਸ ਨੂੰ ਓਨਰਸ ਇਨ ਹਿੰਦੀ ਕਿਹਾ ਜਾਂਦਾ ਹੈ, ਉਹ ਮੈਂ ਪਾਸ ਕੀਤੀ। ਤਾਂ ਇਸ ਕਾਰਨ ਸਾਹਿਤ ਨਾਲ ਮੇਰਾ ਜੁੜਾਵ ਜੋ ਹੈ ਸੀ ਉਹ ਮਤਲਬ ਜ਼ਿਆਦਾ ਸੀ ਬਚਪਨ ਤੋਂ। 6ਵੀਂ 7ਵੀਂ ਕਲਾਸ ਤੱਕ ਮੈਂ ਇਹਨਾਂ ਦੇ ਨਾਲ ਜੁੜ ਗਿਆ। ਜਿਵੇਂ ਲਿਟਰੇਰੀ ਕ੍ਰਿਟਿਸਿਜ਼ਮ ਹੁੰਦਾ ਜਾਂ ਸਾਰਾ ਉਹ ਹਾਲੇ ਬਚਪਨ ਦੀ ਸਟੇਜ ਹੁੰਦੀ, 7ਵੀਂ ਕਲਾਸ ਤੋਂ ਸਮਝ ਲਓ ਕਿੱਡਾ ਕਰ ਉਹ ਬਚਪਨ ਦਾ ਜਿਹੜਾ ਸਫ਼ਰ ਉਹ ਬਹੁਤ ਖੂਬਸੂਰਤ ਰਿਹਾ ਕਿ ਸਾਹਿਤ ਨਾਲ ਜੁੜੇ ਰਹੇ, ਸਾਹਿਤ ਨਾਲ ਜੁੜ ਗਿਆ। ਹਾਂ, ਕਿਹੜੀ ਚੀਜ਼ ਨੇ ਜ਼ਿਆਦਾ ਪ੍ਰਭਾਵਿਤ ਕੀਤਾ? ਕਵਿਤਾ ਨੇ ਜਾਂ ਆਲੋਚਨਾ ਨੇ? ਕਿਸ ਚੀਜ਼ ਨੇ ਤੁਹਾਨੂੰ ਪ੍ਰੇਰਿਆ ਅੱਗੇ ਲਿਖਣ ਵਾਸਤੇ ਵੀ, ਤੇ ਤੁਸੀਂ ਪੜ੍ਹਦੇ ਵੀ ਰਹੇ? ਮੈਨੂੰ ਕਵਿਤਾ ਜੋ ਹੈ ਉਹ ਜ਼ਿਆਦਾ ਲੱਗੀ ਸ਼ੁਰੂ ਤੇ। ਕਿਹਨਾਂ ਨੂੰ ਪੜ੍ਹਦੇ ਸੀ? ਕਿਹੜੇ ਲੇਖਕ, ਕਿਹੜੇ ਕਵੀ ਜਿਹੜੇ ਤੁਸੀਂ ਪੜ੍ਹੇ ਬਚਪਨ 'ਚ? ਮੈਂ ਆਮ ਤੌਰ ਤੇ ਜੋ ਪਹਿਲੇ ਟੈਕਸਟ ਸੀ, ਜਿਸ ਤਰ੍ਹਾਂ ਮੈਥਿਲੀ ਸ਼ਰਨ ਗੁਪਤ, ਰਾਮਾਧਾਰੀ ਸਿੰਘ ਦਿਨਕਰ, ਤਾਂ ਸੁਮਿਤਰਾਨੰਦਨ ਪੰਤ ਔਰ ਮਾਖਨ ਲਾਲ ਚਤੁਰਵੇਦੀ, ਮਹਾਦੇਵੀ ਵਰਮਾ ਜੀ, ਤਾਂ ਇਹਨਾਂ ਨੂੰ ਮੈਂ ਮਤਲਬ ਸਟੱਡੀ ਕੀਤਾ। ਹੋਰ ਦੂਸਰੇ ਵੀ ਸੀ, ਨਰਿੰਦਰ ਸ਼ਰਮਾ, ਅੱਗੇ ਜੀ ਜੋ ਪ੍ਰਯੋਗਵਾਦ ਦੇ ਸੀ। ਤਾਂ ਇਹਨਾਂ ਸਾਰਿਆਂ ਬਾਰੇ ਮੈਨੂੰ ਮਤਲਬ ਹਾਲੇ ਉਸ ਵਕਤ
ਮਨ ਜੋ ਹੈ ਨਾ ਵਿਕਸਿਤ ਨਹੀਂ ਹੋਇਆ ਹੁੰਦਾ 7th ਕਲਾਸ ਵਿੱਚ, ਲੇਕਿਨ ਮੈਂ ਇਹਨਾਂ ਨੂੰ ਜੋ ਵੀ ਮਤਲਬ ਇੱਕ ਵਾਰੀ ਮੇਰੇ ਮਨ ਦੇ ਵਿੱਚ ਇਹਨਾਂ ਦੀ ਜੋ ਸੀ ਇਮੇਜ ਉਹ ਇੱਕ ਵਾਰੀ ਸ਼ੁਰੂ ਹੋ ਗਈ ਸੀ। ਜਿਹੜੀ ਕਹਿੰਦੇ ਹੁੰਦੇ ਆ ਨੀਂਹ ਮਜ਼ਬੂਤ ਹੋਵੇ ਤਾਂ ਮਹਿਲ ਬਹੁਤ ਸ਼ਾਨਦਾਰ ਉਸਰਦਾ, ਤੇ ਤੁਹਾਡੀ ਜਿਹੜੀ ਨੀਂਹ ਆ ਬਹੁਤ ਮਜ਼ਬੂਤ ਰਹੀ ਹੈ। ਚੰਗੇ ਉਮਦਾ ਤੁਸੀਂ ਲੇਖਕਾਂ ਨੂੰ ਪੜ੍ਹਿਆ, ਉਸ ਚੀਜ਼ ਦਾ ਪ੍ਰਭਾਵ ਵੀ ਤੁਹਾਡੇ ਤੇ ਰਿਹਾ ਹੈ ਨਾ। ਹਾਂਜੀ। ਤੇ ਸਰ ਅੱਗੇ ਤੁਹਾਡੀ ਜਿਹੜੀਆਂ ਕਿਤਾਬਾਂ, ਤੁਹਾਡੀਆਂ 3 ਕਿਤਾਬਾਂ ਆਈਆਂ, शिशिर का अंत, युग सत्या की संवेदना, एक संकल्प एक संग्राम, ਇਸ ਤੋਂ ਇਲਾਵਾ ਤੁਸੀਂ ਕਹਾਣੀਆਂ ਦੀ ਵੀ ਤੁਹਾਡੀ ਕਿਤਾਬ ਆ ਰਹੀ ਹੈ, ਕਹਾਣੀ ਔਰ ਲਘੂ ਕਥਾ, ਮਿਨੀ ਸਟੋਰੀਜ਼। ਹਾਂਜੀ। ਤੇ ਸਰ ਜਿੱਦਾਂ ਰਵਾਇਤੀ ਕਵਿਤਾ ਦੀ ਗੱਲ ਹੁੰਦੀ ਹੈ, ਪਿਛੋਕੜ ਚ ਦੇਖੀਏ ਕਵਿਤਾਵਾਂ ਬਹੁਤ ਸੋਹਣੀਆਂ, ਕਵਿਤਾ ਇੱਕ ਸਿਸਟਮ ਦੇ ਵਿੱਚ ਵੱਜ ਕੇ ਆਉਂਦੀ ਸੀ, ਛੰਦਬੱਧ ਕਵਿਤਾ। ਅੱਜ ਸਮੇਂ ਦੇ ਹਿਸਾਬ ਨਾਲ ਕਾਫੀ ਫਰਕ ਪੈ ਗਿਆ। ਤੁਹਾਡੀ ਕਵਿਤਾ ਦੇ ਵਿੱਚ ਛੰਦਬੱਧਤਾ ਹੁੰਦੀ ਹੈ ਜਾਂ ਤੁਸੀਂ ਉਹਨੂੰ ਦੇਖਦੇ ਹੋ ਕਿ ਨਹੀਂ ਮੈਨੂੰ ਕਿਸੇ ਹੋਰ ਰੰਗ ਚ ਬੰਨਾ, ਰਸਤਾ ਚਲੋ ਹੁੰਦਾ ਹੀ ਹੈ ਕਵਿਤਾ ਦੇ ਵਿੱਚ? ਦੇਖੋ ਜੋ ਮੈਂ ਪੜ੍ਹਿਆ ਹੈ ਉਸ ਦੇ ਵਿੱਚ ਕਵਿਤਾ ਦੇ ਅਸੀਂ 4 ਤੱਤਵ ਲੈਣੇ ਆ। ਇੱਕ ਭਾਵ ਤੱਤਵ, ਉਸ ਤੋਂ ਬਾਅਦ ਕਲਪਨਾ ਤੱਤਵ, ਵੈਸੇ ਮਤਲਬ ਇਸ ਦੇ ਵਿੱਚ ਸ਼ੈਲੀ ਔਰ ਇੱਕ ਬੁੱਧੀ ਤੱਤਵ। ਭਈ ਜੋ ਤੁਸੀਂ ਕਹਿ ਰਹੇ ਹੋ ਉਸ ਵਿੱਚ ਲੌਜਿਕ ਕਿੰਨਾ ਹੈ, ਸਾਰੀਆਂ ਉਪਰੀਆਂ ਦੀ ਕਹਾਣੀਆਂ ਵਰਗੀ ਤਾਂ ਨਹੀਂ ਕਵਿਤਾ। ਇਹ ਤਕਨੀਕੀ ਪੱਖ ਆ ਨਾ ਜਿਹੜੇ, ਇਹਨਾਂ ਤੋਂ ਹਰ ਕੋਈ ਜਾਣੂ ਨਹੀਂ ਹੋ ਸਕਦਾ। ਹਾਂ, ਇਹ ਮੈਂ ਕਿਉਂਕਿ ਮੈਂ ਉਹਨਾਂ ਚੀਜ਼ਾਂ ਨੂੰ ਪੜ੍ਹਿਆ ਹੋਇਆ ਸੀ, ਕਿਉਂਕਿ ਤੁਹਾਡਾ ਜਿਹੜਾ ਬੇਸ ਰਿਹਾ ਉਹ ਬਹੁਤ ਮਜ਼ਬੂਤ ਰਿਹਾ, ਸ਼ਕਤੀਸ਼ਾਲੀ ਰਿਹਾ, ਇਸ ਕਰਕੇ ਕਿਉਂਕਿ ਤੁਸੀਂ ਚੰਗੇ ਲੇਖਕਾਂ ਨੂੰ ਪੜ੍ਹਿਆ ਹੋਇਆ, ਉਹ ਰੰਗ ਤੁਹਾਡੀ ਕਵਿਤਾ ਦੇ ਵਿੱਚ ਵੀ ਦਿਖਦਾ ਹੈ। ਹਰਿਵੰਸ਼ ਰਾਏ ਬੱਚਨ ਜੀ ਬਹੁਤ ਵੱਡੀ ਹਸਤੀ ਨੇ ਜੀ। ਤੇ ਇਸ ਤੋਂ ਇਲਾਵਾ ਸਰ ਜਿੱਦਾਂ ਕਿ ਲਗਾਤਾਰ ਕਵਿਤਾ ਲਿਖੀ, ਕਵਿਤਾ ਲਿਖਦਿਆਂ ਤੁਸੀਂ ਸ਼ਿਵ ਕੁਮਾਰ ਬਟਾਲਵੀ ਨੂੰ ਵੀ ਪੜ੍ਹਿਆ ਜੀ, ਉਹਨਾਂ ਦੀ ਕਿਸ ਚੀਜ਼ ਤੋਂ ਜ਼ਿਆਦਾ ਪ੍ਰਭਾਵਿਤ ਹੋਈ? ਲਿਖਣ ਸ਼ੈਲੀ, ਬਿੰਬ, ਪ੍ਰਤੀਕ ਉਹਨਾਂ ਦੇ, ਜਾਂ ਦੇਖੋ ਸ਼ੈਲੀ ਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ ਹੈ। ਇਹ ਬਿੰਬ, ਪ੍ਰਤੀਕ ਔਰ ਅਲੰਕਾਰ, ਇਹ ਸਾਰੇ ਸ਼ੈਲੀ ਦੇ ਵਿੱਚ ਅਸੀਂ ਲੈਂਦੇ ਹਾਂ। ਉਸ ਤੋਂ ਬਾਅਦ ਉਹਨਾਂ ਦੀ ਕਵਿਤਾ ਦੇ ਵਿੱਚ ਇੱਕ ਜਿਹੜਾ ਹੈ ਰਸ, ਗਤੀ, ਉਹ ਕਾਇਲ ਕਰ ਦਿੰਦੀ ਆ। ਬਿਲਕੁਲ, ਮਤਲਬ ਦੇਖੋ ਕਵਿਤਾ ਕੀ ਹੈ, ਮੈਂ ਸਮਝਣਾ ਕਿ ਰਸਾਤਮਕ ਵਾक्यम काव्यम, ਜੋ ਰਸ ਵਾਲਾ ਵਾक्य ਹੈ वही कविता है। ਇਹ ਇੱਕ ਪਰਿਭਾਸ਼ਾ ਦਿੱਤੀ ਗਈ। ਤਾਂ ਜੋ ਇਹਨਾਂ ਦੀ ਕਵਿਤਾ ਦੇ ਵਿੱਚ ਹੈ, ਰਸ ਦਾ ਮਤਲਬ ਕੀ ਹੈ? ਰਸ ਦਾ ਮਤਲਬ ਹੈ ਕਿ ਜਿਸ ਸੋਚ ਤੇ ਕਵੀ ਹੈ ਤੁਸੀਂ ਉਸ ਮਤਲਬ ਸੋਚ ਦੇ ਕਰੀਬ ਪਹੁੰਚ ਜਾਓ। ਤੁਸੀਂ ਉਹਦਾ ਆਨੰਦ ਲੈ ਰਹੇ ਹੋ। ਹਾਂ, ਆਨੰਦ ਲੈ ਰਹੇ ਹੋ। ਹਾਂ, ਉਸ ਦੇ ਵਿੱਚ ਵਿਰਹ ਵੀ ਹੋ ਸਕਦਾ ਹੈ, ਉਸ ਦੇ ਵਿੱਚ ਕਰੁਣਾ ਵੀ ਹੋ ਸਕਦੀ ਹੈ, ਸੰਜੋਗ ਵਿਯੋਗ, ਉਸ ਦੇ ਸ਼ਿੰਗਾਰ ਵੀ ਹੋ ਸਕਦਾ ਹੈ। ਜੋ ਮਤਲਬ ਦੇਖੋ ਜਦੋਂ ਰਸ ਸਾਰੇ ਹੈਗੇ ਨੇ, ਵਾਤਸल्य ਹੈ ਸਾਰੇ, ਤਾਂ ਹਰ ਰਸ ਇੱਕ ਆਪਣੇ ਅਲੱਗ ਰੂਪ ਦਾ ਆਨੰਦ ਦਿੰਦਾ ਹੈ ਜੀ। ਤਾਂ ਕਵਿਤਾ ਦੇ ਵਿੱਚ ਰਸ ਹੋਣਾ, ਸੰਵੇਦਨਸ਼ੀਲਤਾ, ਜਿਹੜੀ ਮਤਲਬ ਵਿਚ ਟੱਚਸ ਯੂਰ ਹਾਰਟ, ਜਿਹੜੇ ਦਿਲ ਦੇ ਉੱਤੇ, ਉਹ ਕਵਿਤਾ। ਕੋਈ ਖਾਸ ਉਹਨਾਂ ਦੀ ਲਿਖਤ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੋਵੇ, ਜਿਹੜੀ ਕਿਤੇ ਨਾ ਕਿਤੇ ਉਹਦਾ ਅੰਸ਼ ਤੁਹਾਡੀ ਕਵਿਤਾ ਦੇ ਵਿੱਚ ਆ ਜਾਂਦਾ? ਕਿੰਨਾ ਦੀ? ਸ਼ਿਵ ਕੁਮਾਰ ਬਟਾਲਵੀ ਜੀ ਦਾ। ਉਹਨਾਂ ਦੀ ਲੂਣਾ ਜੋ ਹੈ, ਸ਼ਾਹਕਾਰ, ਹਾਂ ਬਹੁਤ। ਮੈਂ ਦੇਖੋ ਹੁਣ ਮੇਰੀ ਆ ਕਿਤਾਬ ਹੈ ਯੁਗ ਸत्य की संवेदना, ਇਸ ਦੇ ਵਿੱਚ 3 ਪੱਖ ਨੇ ਜੀ। ਇੱਕ ਤਾਂ ਸੁਨਾਮੀ ਲਹਿਰਾ ਜਦੋਂ ਆਈਆਂ ਸੀ, ਜੋ ਵਿਨਾਸ਼ ਹੋਇਆ ਪ੍ਰਕਿਰਤੀ ਦਾ, ਮਤਲਬ ਅਸੀਂ ਜ਼ਰੂਰਤ ਤੋਂ ਜ਼ਿਆਦਾ ਦੋਹਨ ਕਰਨਾ ਜਦੋਂ ਸ਼ੁਰੂ ਕਰ ਦਿੰਦੇ ਹਾਂ, ਉਹਨੇ ਉਲਟ ਬਾਰ ਵੀ ਕਰਨਾ ਹੁੰਦਾ, ਉਹ ਕਰੋਪੀ ਆਉਂਦੀ ਹੈ। ਆਪਾਂ ਦੇਖ ਹੀ ਰਹੇ ਉੱਤਰਾਖੰਡ ਦੇ, ਹਿਮਾਚਲ ਚ, ਸਾਰਾ ਉਸ ਦਾ ਰਿਜ਼ਲਟ ਹੈ। ਦੂਸਰਾ ਮੇਰਾ ਇਸ ਪਹਿਲੂ ਹੈ ਜੋ ਨਾਰੀ ਦੇ ਉੱਤੇ, ਨਾਰੀ ਸਵਾਭਿਮਾਨ ਦੇ ਉੱਤੇ। ਮੈਂ ਕਹਿੰਦਾ ਲੂਣਾ ਵੀ ਕਿਧਰੇ ਨਾ ਕਿਧਰੇ ਉਸ ਸਵਾਭਿਮਾਨ ਨੂੰ ਪ੍ਰੈਜ਼ੈਂਟ ਕਰਦੀ ਹੈ। ਇੱਕ ਔਰਤ ਮਤਲਬ ਕੀ ਚਾਹੁੰਦੀ ਹੈ, ਉਸ ਦਾ ਆਪਣਾ ਕੀ ਹੈ ਵਾਕਈ। ਤੋ ਜਦੋਂ ਤੱਕ ਤੁਸੀਂ ਉਸ ਦੇ ਸਵਾਭਿਮਾਨ ਨੂੰ, ਉਸ ਦੇ ਆਤਮ सम्मान ਨੂੰ ਸਮਝ ਨਹੀਂ ਪਾਓਗੇ, ਤੁਸੀਂ ਜਸਟਿਸ ਨਹੀਂ ਕਰ ਰਹੇ। ਔਰ ਮੇਰੀਆਂ ਬਹੁਤ ਸਾਰੀਆਂ ਕਵਿਤਾਵਾਂ ਦੇ ਵਿੱਚ ਇਹ ਗੱਲ ਹੈ। ਬਿਲਕੁਲ ਸਰ, ਬਿਲਕੁਲ। ਹਾਂਜੀ ਸਰ, ਆਪਾਂ ਗੱਲਬਾਤ ਕਰ ਰਹੇ ਸੀ ਲਿਖਤ ਦੇ ਵਿੱਚ ਨਾਰੀ ਜਿਹੜਾ ਸਵਾਭਿਮਾਨ ਹੈਗਾ, ਗੱਲ ਹੋ ਰਹੀ ਸੀ ਲੂਣਾ ਦੀ, ਆਪਾਂ ਉੱਥੋਂ ਹੀ ਗੱਲਬਾਤ ਫਿਰ ਤੋਂ ਸ਼ੁਰੂ ਕਰਦੇ ਹਾਂ ਜੀ। ਤੁਸੀਂ ਇਸੇ ਯੁਗ ਸत्य की संवेदना ਦੇ ਵਿੱਚ ਇੱਕ ਕਵਿਤਾ ਹੈ ਮੇਰੀ, ਵੈਸੇ ਤਾਂ ਬਹੁਤ ਸਾਰੀਆਂ ਲਗਭਗ 15-20 ਦੇ ਕਰੀਬ ਕਵਿਤਾ ਨੇ ਜਿਨ੍ਹਾਂ ਦਾ ਵਿਸ਼ਾ ਇਹੀ ਹੈ। और एक कविता में लईए एक पल की यंत्रणा का दंश, दर्शकों के नाल जरूर असी साझा करांगे। हाँ जी जी जरूर सुनाओ सर। तो उस विच एक कविता होर है कि
ਆਓ ਲੋਹੜੀ ਮਨਾਏ, ਉਸ ਵਿੱਚ ਇੱਕ ਬੱਚੀ ਦੀ ਕਹਾਣੀ ਹੈ ਜਿਸ ਨੂੰ ਮਤਲਬ ਸਵੀਕਾਰ ਨਹੀਂ ਕੀਤਾ ਜਾਂਦਾ, ਉਸੇ ਤਿਰਸਕਾਰੇ ਹੋਏ ਪਾਤਰ, ਹਾਂ ਤਿਰਸਕਾਰੇ, ਕਿਉਂਕਿ ਉਹ ਲੜਕੀ ਹੈ। ਮਤਲਬ ਮਾਂ-ਬਾਪ ਚਾਹੁੰਦੇ ਨੇ ਕਿ ਲੜਕਾ ਹੋਏ ਤੇ ਹੋ ਜਾਂਦੀ ਹੈ ਲੜਕੀ, ਔਰ ਉਹ ਲੜਕੀ ਤਿਰਸਕਾਰੀ ਜਾਂਦੀ। ਉਸ ਤੋਂ ਬਾਅਦ ਜਦੋਂ ਉਹ ਲੜਕੀ ਮਤਲਬ ਸੋਚ ਲੈਂਦੀ ਕਿ ਮੈਂ ਕੁਝ ਬਣਨਾ ਹੈ, ਇੱਕ ਦਿਨ ਉਹ ਲੜਕੀ IAS ਆਫੀਸਰ ਬਣ ਜਾਂਦੀ ਹੈ। ਵਾਹ। ਤਾਂ ਫਿਰ ਉਹੀ ਪਰਿਵਾਰ ਉਸ ਦੀ ਕਦਰ ਕਰਦਾ ਹੈ ਔਰ ਉਸ ਦੇ ਘਰ ਦੀ ਇੱਕ ਸ਼ਾਨ ਜਿਹੜੀ ਹੈ ਉਸ ਲੜਕੀ ਦੇ ਨੇਮ ਪਲੇਟ ਦੇ ਨਾਲ, ਉਸ ਲੜਕੀ ਦੇ ਨਾਮ ਨਾਲ ਜਾਣੀ ਜਾਂਦੀ। ਸੋ ਇਸ ਤਰ੍ਹਾਂ ਮਤਲਬ ਬਹੁਤ ਸਾਰੀਆਂ ਇਹੋ ਜਿਹੀਆਂ ਕਵਿਤਾਵਾਂ ਨੇ ਜਿਹੜੀਆਂ ਗੱਲ ਸਿਰਫ ਹੁੰਦੀ ਹੈ ਕਿ ਦੇਖੋ ਸਮਾਜ ਦਾ ਜਿਹੜਾ ਬੈਲੈਂਸ ਹੈ ਉਹ ਪੁਰਸ਼ ਔਰ ਨਾਰੀ ਨਾਲ ਹੈ। ਹਾਂ ਬਿਲਕੁਲ। ਔਰ ਜਦੋਂ ਵੀ ਇਹ ਸੰਤੁਲਨ ਵਿਗੜ ਜਾਏਗਾ, ਸ੍ਰਿਸ਼ਟੀ ਸਹੀ ਨਹੀਂ ਰਹਿ ਸਕਦੀ, ਫਿਰ ਅਪਰਾਧ ਹੋਣਗੇ ਔਰ ਬਹੁਤ ਕੁਝ ਹੋਏਗਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਬਿਲਕੁਲ। ਔਰ ਸਰ ਜਿੱਦਾਂ ਤੁਹਾਡੇ ਕਵਿਤਾ ਦੇ ਜਿਹੜੇ ਸਰੋਕਾਰ ਨੇ ਮੁੱਖ ਤੌਰ ਤੇ ਕੀ ਹੁੰਦੇ ਨੇ, ਜਾਂ ਕੋਈ ਸਮਾਜ ਦੀ ਜਿਹੜੀ ਪਿੱਛੇ ਤੋਂ ਚੱਲੀ ਆ ਰਹੀ ਹੈ ਕੋਈ ਰੀਤੀ ਹੈ, ਕੋਈ ਰਿਵਾਜ ਹੈ, ਜਾਂ ਫਿਰ ਜੋ ਅੱਜ ਕੱਲ੍ਹ ਹਾਸ਼ੀਆਗਤ ਲੋਕਾਂ ਦੇ ਨਾਲ ਹੋ ਰਿਹਾ, ਕੁਛ ਇਦਾਂ ਦਾ ਕੀ ਹੈ ਜਿਹੜਾ ਤੁਹਾਨੂੰ ਕਵਿਤਾ ਲਿਖਣ ਲਈ ਹੋਰ ਜ਼ਿਆਦਾ ਪ੍ਰੇਰਦਾ ਜਾਂ ਮੁੱਖ ਸਰੋਕਾਰ ਬਣਦਾ ਕਵਿਤਾ ਦਾ? ਦੇਖੋ ਜਿੱਥੋਂ ਮੈਂ ਕਵਿਤਾ ਸ਼ੁਰੂ ਕੀਤੀ ਹੈ, ਆ ਪਹਿਲੀ ਕਿਤਾਬ ਸ਼ੀਸ਼ਰ ਕਾਂਤ। ਹੁਣ ਸ਼ੀਸ਼ਰ ਕੀ ਹੈ? ਸ਼ੀਸ਼ਰ ਹੈ ਇੱਕ ਕੜਾਕੇ ਦੀ ਠੰਡ, ਔਰ ਜਦੋਂ ਵ੍ਰਿਕਸ਼ਾਂ ਦੇ ਪੱਤੇ ਝੜ ਜਾਂਦੇ ਨੇ, ਮਤਲਬ ਬਹੁਤ ਜਿਹਨੂੰ ਪਤਝੜ ਦੀ ਰੁੱਤ ਤੇ ਅੰਤਾਂ ਦੀ ਠੰਡ ਹੁੰਦੀ ਹੈ, ਤਾਂ ਇਹ ਇੱਕ ਪ੍ਰਤੀਕ ਹੈ। मतलब ऐसा की है, आया मधुर बसंत, शिशिर का अंत नहीं है, और वसुधा है बेचैन, धरा का कंत नहीं है। क्या बात। हे मधुमास, मस्त हो इतने, देख नहीं सकते हो कितने, बचपन फुटपाथों पर सोए, आधे पेट बुढ़ापा रोए, और रोटी के टुकड़े की खातिर सती का जिस्म नीलाम हुआ है, और बेकारी के चक्रव्यूह में अभिमन्यु शैतान हुआ है। क्या इनका इतिहास यही है? क्या इनका इतिहास यही है? क्या इनका मधुमास यही है? सोने की चिड़िया का क्या ये हंत नहीं है, और वसुधा है बेचैन, धरा का कंत नहीं। क्या बात, क्या बात, बहुत खूबसूरत चीज़ है। हाँ, किन्ने संखेप दे विच सर तुसी इस चीज़ नूं होना पूरा कीता, और ये वाकई ये जिहड़े सरोकार ने ये मनुख दीयां जिहड़ियां 5 लोड़ां ने उहदे नाल नाल हमेशा चलदे रहणगे, है ना। ते सर इस तो बिना जिवें अजकल कविता दे विच रुझान वखरे हो रहे ने, चाहे हिंदी ਸਾਹਿਤ ਨੂੰ ਲਾਈਏ ਚਾਹੇ ਪੰਜਾਬੀ ਸਾਹਿਤ ਨੂੰ, ਕਿਹਾ ਜਾਂਦਾ ਕਿ ਜਿਹੜੀ ਭਾਸ਼ਾ ਉਹਦੀ ਕੋਈ ਸਰਹੱਦ ਨਹੀਂ ਹੁੰਦੀ, ਬੋਲੀ ਨੂੰ ਕੋਈ ਸਰਹੱਦ ਰੋਕ ਹੀ ਨਹੀਂ ਸਕਦੀ ਹੈ। ਬਿਲਕੁਲ। ਜਿਵੇਂ ਤੁਸੀਂ ਹਿੰਦੀ ਦੇ ਵਿੱਚ ਪੰਜਾਬੀ ਰੰਗ ਬੰਨਣਾ, ਜਿਹੜਾ ਪੰਜਾਬੀ ਸੱਭਿਆਚਾਰ ਦਾ ਰੰਗ, ਤੁਹਾਡੀ ਕਵਿਤਾ ਇੱਕ ਪੰਜਾਬ ਬਹੁਤ ਖੂਬਸੂਰਤ, ਦਰਸ਼ਕਾਂ ਦੇ ਨਾਲ ਉਹਦੇ ਬਾਰੇ ਜ਼ਰੂਰ ਸਾਂਝ ਪਾਈ ਜਾਵੇ। ਮੈਂ ਜੇ ਇਜਾਜ਼ਤ ਹੋਵੇ ਤਾਂ ਮੈਂ ਗਾ ਕੇ ਪੜ੍ਹ ਬਿਲਕੁਲ ਬਿਲकुल ਜੀ, ਬਿਲकुल। ਤਰਨਮ ਚ ਰੰਗ ਵੱਜਣਾ ਚਾਹੀਦਾ। ਜੀ ਜੀ, ਕੋਸ਼ਿਸ਼ ਕਰਾਂਗਾ ਜੀ। ਜੀ, ਕਿਉਂਕਿ ਉਹ ਕਵਿਤਾ ਹੈ ਹੀ ਇਸ ਤਰ੍ਹਾਂ ਦੀ। ਜੀ, ਮੈਂ ਉਹ ਕਵਿਤਾ ਹਿੰਦੀ ਵਿੱਚ ਵੀ ਲਿਖੀ ਸੀ ਔਰ ਉਸ ਦਾ ਮੈਂ ਅਨੁਵਾਦ ਕੀਤਾ ਹੈ। ਜੀ। ਪੰਜ ਨਦੀਆਂ ਦੀ ਪਾਵਨ ਧਰਤੀ, ਗੁਰੂਆਂ ਪੀਰਾਂ ਦਾ ਵਰਦਾਨ, ਇਹ ਮੇਰਾ ਪੰਜਾਬ ਸਾਥੀਓ, ਮੇਰਾ ਦਿਲ ਹੈ ਮੇਰੀ ਜਾਨ, ਮੇਰਾ ਦਿਲ ਹੈ ਮੇਰੀ ਜਾਨ। ਤਾਂ थोड़ा पंजाब का कल्चर कि पत्ता लेके खेत नु जाना, और पाउना गिद्धा सखियाना, चरखा कतना किकली पाना, पींग झूलना सखियाना, आए वैशाखी पंगड़े पाउना, गाना मिर्जा यारा संग, और चंडीगढ़ के दंगल जीतन, दाकिवे वे पुलिये अरमान, और ए मेरा पंजाब साथियो, मेरा दिल है मेरी जान। ते पंजाब दे खासियत की है, पंजाब दा सैक्रीफाइस, चाहे वो देश की आज़ादी, त्याग, चाहे वो धर्म दा,
किवें भुलिए गुरु तेग बहादुर ਆਹਾ ਬੰਦਾ ਸਿੰਘ ਬਹਾਦੁਰ ਦਾ ਬਲੀਦਾਨ ਬਹੁਤ ਖੂਬ। ਤੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਹੈ ਮਹਾਨ ਵਾਹ ਭਗਤ ਸਿੰਘ ਸੁਖਦੇਵ ਸਰਾਭਾ ਬਿਸਮਿਲ ਦੇ ਦਿਲਦਾਰ ਮਾਨ ਔਰ ਸਰਫਰੋਸ਼ੀ ਦੀ ਤਮੰਨਾ ਦਾ ਲੱਭਤੇ ਰਹਿੰਦਾ ਏ ਗਾਨ ਵਾਹ ਜੀ ਵਾਹ ਇਹ ਮੇਰਾ ਪੰਜਾਬ ਸਾਥੀਓ ਮੇਰਾ ਦਿਲ ਹੈ ਮੇਰੀ ਜਾਨ ਵਾਹ ਤੇ ਇੱਕ ਬਹੁਤ ਵੱਡੀ ਗੱਲ ਹੂੰ ਕਿ ਪੰਜਾਬ ਵਾਲੇ ਅਣਖੀ ਨੇ ਹੂੰ ਜਦੋਂ ਕਿਸੇ ਨੇ ਅਣਖ ਤੇ ਬੁਰੀ ਨਜ਼ਰ ਪਾਈ ਬੁਰੀ ਨਜ਼ਰ ਪਾਈ ਤਾਂ ਫਿਰ ਹੂੰ है इतिहास गवाह की जद भी है इतिहास गवाह की जद भी दुश्मन ने लाया ਵਾਹ डां ਵਾਹ सवा लख नल एक लड़िया ये पंजाब है ओ साडा वाह। और जलियांवाला बाग दी मिट्टी ਹੂੰ आजादी दे चंदन जेही और जिस दे खेतां दी सरसों भी नंदन दे उपवन जेही वाह। है नंदन कहने देवतावां दा बाग ਹੂੰ जिस मिट्टी दे एक एक कंते ਹੂੰ करोड़ा सुरगन है कुर्बान और ये मेरा पंजाब साथियों ਹੂੰ मेरा दिल है मेरी ਕੀ जान ਬਾਤ ਬਹੁਤ ਖੂਬ ਬਹੁਤ ਖੂਬਸੂਰਤ ਸਰ ਜਿਵੇਂ ਤੁਸੀਂ ਦੱਸਿਆ ਕਿ ਪੰਜਾਬ ਹਿੰਦੀ 'ਚ ਕਵਿਤਾ ਲਿਖੀ ਪਰ ਇਹਦੇ 'ਚ ਜਿਹੜਾ ਰੰਗ ਹੈ ਪੰਜਾਬੀ ਸੱਭਿਆਚਾਰ ਦੀ ਉਹ ਮਹਿਕ ਸਾਨੂੰ ਦਰਸ਼ਕਾਂ ਨੂੰ ਵੀ ਆਈ ਹੋਣੀ ਹੈ ਤੇ ਸਾਨੂੰ ਬੜਾ ਆਨੰਦ ਆਇਆ ਸਰ ਕਿਸੇ ਨਾ ਕਿਸੇ ਲੇਖਕ ਦੇ ਜਾਂ ਸਿਰਜਕ ਦੇ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਐਸੀ ਘਟਨਾ ਜ਼ਰੂਰ ਵਾਪਰੀ ਹੁੰਦੀ ਹੈ ਜਿਹੜੀ ਉਹਦੀ ਕਿਤੇ ਨਾ ਕਿਤੇ ਲਿਖਤ 'ਚ ਹਮੇਸ਼ਾ ਹਾਜ਼ਰ ਰਹਿੰਦੀ ਹੈ ਜਾਂ ਫਿਰ ਉਹਨੂੰ ਦੇਖ ਕੇ ਅਵੇਅਰ ਹੋ ਕੇ ਹੋਰ ਸਰੋਕਾਰਾਂ ਦੇ ਨਾਲ ਗੱਲ ਜੁੜ ਜਾਂਦੀ ਹੈ ਕੋਈ ਐਸੀ ਘਟਨਾ ਹੋਵੇ ਜਿਹੜੀ ਤੁਸੀਂ ਸਾਂਝਾ ਕਰਨਾ ਚਾਹੋ मैं समझना कि कोई जरूरी नहीं कि उसे अपने जीवन ਦੇ ਚ ਹੀ ਘਟੀ ਹੋਵੇ ਆਸ-ਪਾਸ ਵੇਖੀ ਹੋ ਆਸ-ਪਾਸ ਸਕਦੀ ਦੇ ਹੈ ਵਾਤਾਵਰਣ ਦੇ ਵਿੱਚ ਜਦੋਂ ਕਿਉਂਕਿ ਇੱਕ ਲੇਖਕ ਜਿਹੜਾ ਹੈ ਨਾ ਉਹ ਸਮਾਜ ਤੋਂ ਤਾਂ ਕੱਟ ਆਫ ਹੋ ਨਹੀਂ ਸਕਦਾ ਸੰਵੇਦਨਸ਼ੀਲ ਵੀ ਹੁੰਦਾ ਉਹਦੇ ਪ੍ਰਤੀ ਸੰਵੇਦਨਸ਼ੀਲ ਹੁੰਦਾ ਹੈ। ਅਸੀਂ ਕਹਿੰਦੇ ਆ ਸਾਹਿਤ ਨੂੰ ਸਮਾਜ ਦਾ ਇੱਕ ਸ਼ੀਸ਼ਾ ਕਹਿੰਦੇ ਹਾਂ। ਹੂੰ ਤਾਂ ਸ਼ੀਸ਼ਾ ਕਿਉਂ ਹੈ ਹੂੰ ਕਿਉਂਕਿ ਜਿਹੜਾ ਲੇਖਕ ਹੈ ਉਹ ਸਮਾਜ ਦੇ ਵਿੱਚ ਜਦੋਂ ਜਾਂਦਾ ਹੈ ਆਉਂਦਾ ਹੈ ਸਮਾਜ ਦੇ ਵਿੱਚ ਵਿਚਰਦਾ ਹੈ ਹੂੰ ਤਾਂ ਉਹ ਸਮਾਜ ਤੋਂ ਬਿਲਕੁਲ ਅਲੱਗ ਨਹੀਂ ਰਹਿ ਸਕਦਾ। ਮੇਰੀ ਇਸ ਕਵਿਤਾ ਦੇ ਵਿੱਚ ਹੀ ਹੂੰ ਇੱਕ ਇਸ ਸੰਗ੍ਰਹਿ ਦੇ ਵਿੱਚ ਇੱਕ ਕਵਿਤਾ ਹੈ ਹੂੰ ਡੱਬ ਵਾਲੀ ਦੇ ਵਿੱਚ ਇੱਕ ਅਗਨੀਕਾਂਡ ਹੋਇਆ ਸੀ ਕਾਫੀ ਪੁਰਾਣਾ ਤੁਹਾਨੂੰ ਯਾਦ ਹੋ ਇੱਕ ਡੀਏਵੀ ਸਕੂਲ ਦੇ ਬੱਚੇ ਬਹੁਤ ਸਾਰੇ ਉਸ ਵਿੱਚ ਜਲ ਹਾਂਜੀ 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 300 ਦੇ ਕਰੀਬ ਸ਼ਾਇਦ ਇਸ ਤੋਂ ਵੀ ਜ਼ਿਆਦਾ ਇਹ ਜਿਹੜੀ ਸੰਵੇਦਨਸ਼ੀਲ ਦਿਲ ਨੂੰ ਕਹਿੰਦੇ ਹੁੰਦੇ ਆ ਕਿ ਹੈ ਨਾ ਤੰਗ ਕਰਨ ਵਾਲੀ ਦਿਲ ਨੂੰ ਬਹੁਤ। ਹਰਟ ਕਰਨ ਵਾਲੀ ਜਿਹੜੀ ਜੀ। ਘਟਨਾ ਹੈ ਨਾ ਉਹਦੇ ਤੇ ਤੁਸੀਂ ਕਵਿਤਾ ਲਿਖੀ ਉਸੇ ਉੱਤੇ ਮੈਂ ਇੱਕ ਬਹੁਤ ਮਤਲਬ ਇੱਕ ਲੰਬੀ ਕਵਿਤਾ ਲਿਖੀ ਕਿਉਂਕਿ ਉਹ ਪੀਰੀਅਡ 7 ਦਿਨ ਦਾ 8 ਦਿਨ ਦਾ ਬਹੁਤ ਦੁਖਦਾਈ ਸੀਗਾ ਉਹ ਬਹੁਤ ਦੁਖਦਾਈ ਤਾਂ ਸਰ ਆਪਾਂ ਕੁਛ- ਇਹਦੇ ਬਾਰੇ ਹੀ ਗੱਲ ਕਰਾਂਗੇ ਅੱਜ ਗੱਲ ਕਵਿਤਾ ਦੀ ਹੋ ਰਹੀ ਹੈ ਹਿੰਦੀ ਤੇ ਪੰਜਾਬੀ ਦੀ ਨਾਲ ਕਵਿਤਾ ਦੇ ਵਿੱਚ ਪੰਜਾਬ ਦੇ ਸੱਭਿਆਚਾਰ ਦੀ ਮਹਿਕ ਤੇ ਮੇਰੇ ਨਾਲ ਨੇ ਕਵੀ ਵਿਨੋਦ ਸ਼ਰਮਾ ਜੀ ਹਾਂਜੀ ਸਰ ਗੱਲ ਚੱਲ ਰਹੀ ਸੀ ਕਵਿਤਾ ਤੇ ਕਵੀ ਦੇ ਸੰਵੇਦਨਸ਼ੀਲ ਹੋਣ ਦੀ ਜੀ ਤੇ ਤੁਸੀਂ ਜਿਹੜਾ ਇੱਕ ਦਰਦ ਛੋਇਆ ਆਪਣੀ ਕਵਿਤਾ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਕਾਂਡ ਹੋਇਆ ਬੜਾ ਦੁਖਦਾਈ ਕਾਂਡ ਸੀਗਾ ਜਿਹੜਾ ਡੱਬ ਵਾਲੀ ਵਾਲਾ ਹੈ ਹਾਂਜੀ। ਤਾਂ ਉਹਦੇ ਬਾਰੇ ਤੁਸੀਂ ਕਵਿਤਾ ਲਿਖੀ ਉਹ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰਿਓ ਕਵਿਤਾ ਬਹੁਤ ਲੰਬੀ ਮੈਂ ਇੱਕ ਲਾਸਟ ਵਾਲੀ ਹੈ 3 ਜੀ, 4 ਲਾਈਨਾਂ ਜੀ। ਸੀ ਨਾਲ ਜੀ ਕਿ ਇਸ ਕਵਿਤਾ ਦਾ ਨਾਂ ਸੀ ਇੱਕ ਯਾਤਰਾ ਦਰਦ ਭਰੀ ਹੂੰ ਤਾਂ ਜਿਸ ਤਰ੍ਹਾਂ ਸ਼ੁਰੂ ਹੋਇਆ ਸੀ ਅੱਗ ਲੱਗੀ ਸੀ ਉਸ ਤੋਂ ਬਾਅਦ ਜੋ ਹੋਇਆ ਸੀ ਉਸ ਨੂੰ ਮੈਂ ਲਾਸਟ ਤੇ ਕੀਤਾ ਹੈ ਹੂੰ और फिर यह यात्रा हूँ इन शवों के साथ खत्म नहीं होने वाली हूँ और फिर यह यात्रा इन शवों के साथ खत्म नहीं होने वाली अभी तो मेरे शहर के बहुत से लोग जिंदगी और मौत की लड़ाई लड़ रहे हैं आपको क्या पता किस हालात से गुजर रहे हैं हर एक के साथ एक टूटा हुआ परिवार है कामकाज ठप है सचमुच बुरा हाल है किसी के बच्चे की अंगुलियां काटी जाती है
किसी ने ग्राफ्टिंग करवानी है, थक गया हूँ साहब और नहीं चला जाता, बैठ जाता हूँ अपनी आंखें आसमान की ओर गड़ाए, उस एक मुस्कुराहट की तलाश में जो मेरे शहर के लोगों के होठों पे आए, शायद इनके सूखे चेहरे अश्रु में नेत्र फिर से मुस्काए, फिर से मुस्काए। ਵਾਕਈ ਕਿੰਨਾ ਦਰਦ ਭਰਿਆ ਹੋਇਆ ਇਸ ਕਵਿਤਾ ਦੇ ਵਿੱਚ, ਹੈ ਨਾ ਸਰ। ਜਦੋਂ ਸਮਾਜ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ, ਸੰਵੇਦਨਸ਼ੀਲ ਹਰ ਇਨਸਾਨ ਨਹੀਂ ਹੋ ਸਕਦਾ, ਜਾਂ ਤਾਂ ਉਹ ਸਿਰਜਕ ਹੁੰਦਾ ਜਾਂ ਕੋਈ ਅਸਲ ਮਾਇਨਿਆਂ ਦੇ ਵਿੱਚ ਇਨਸਾਨ ਹੁੰਦਾ ਹੈ। ਤੇ ਜਿੱਦਾਂ ਤੁਸੀਂ ਨਾਲ ਅਧਿਆਪਨ ਕਾਰਜ ਵੀ ਕੀਤਾ, ਅਧਿਆਪਨ ਕਾਰਜ ਦੇ ਨਾਲ ਤੁਸੀਂ ਸਾਹਿਤ ਨਾਲ ਜੁੜੇ ਰਹੇ ਹੋ ਲਗਾਤਾਰ। ਸਿੱਖਿਆ ਜਿਹੜਾ ਪ੍ਰਬੰਧ ਹੈਗਾ, ਐਜੂਕੇਸ਼ਨ ਸਿਸਟਮ ਹੈਗਾ ਉਹ ਤੇ ਸਾਹਿਤ, ਹੈ ਨਾ, ਜਦੋਂ ਤੁਸੀਂ ਪੜ੍ਹਾਉਂਦੇ ਸੀਗੇ ਸਰ ਉਸ ਸਮੇਂ ਚੰਗੇ ਸਟੂਡੈਂਟ ਹੋਣਗੇ ਤੁਹਾਡੇ ਕੋਲ, ਹੈ ਨਾ, ਉਹਨਾਂ ਨੂੰ ਲੱਗਣ ਵੀ ਲੱਗੀ ਹੋਣੀ ਆ ਚੰਗੇ ਪਾਠਕ ਹੋਣ ਦੀ। ਅੱਜ ਸਮੇਂ ਦੇ ਹਿਸਾਬ ਨਾਲ ਕਿੰਨਾ ਕੁ ਫਰਕ ਆ ਗਿਆ, ਜਿੱਥੇ ਪਾਠਕ ਆ ਜਿਹੜੇ ਸਮਝਣ ਵਾਲੇ ਜਾਂ ਲਿਖਣ ਪੜ੍ਹਨ ਵਾਲੇ ਜਿਹੜੇ ਬੱਚੇ ਹੈਗੇ ਆ ਜਾਂ ਵਿਦਿਆਰਥੀ, ਉਹਨਾਂ ਦੀ ਜਿਹੜੀ ਸੰਖਿਆ ਉਹ ਘਟ ਰਹੀ ਹੈ, ਕਾਰਨ ਕੀ ਹੈ? ਦੇਖੋ, ਇੱਕ ਤਾਂ ਮੋਬਾਈਲ ਦਾ ਹੈ ਸਿੱਧਾ ਜਿਹਾ, ਕਿਉਂਕਿ ਜਿਹੜੀ ਟੈਕਸਟ ਬੁੱਕ ਸਟੱਡੀ ਹੈ ਕਿਤਾਬਾਂ ਦੀ ਉਹ ਬਹੁਤ ਘਟ ਗਈ ਹੈ, ਬਹੁਤ ਘਟ ਗਈ ਹੈ। ਹਾਂ, ਬਾਕੀ ਅੱਜ ਵੀ ਬੱਚੇ ਅੱਛੇ ਨੇ, ਮੈਂ ਨਹੀਂ ਕਹਿੰਦਾ ਕਿ ਅੱਜ ਬੱਚੇ ਅੱਛੇ ਨਹੀਂ ਹੈ, ਉਸ ਵਕਤ ਹੀ ਸਾਰੇ ਅੱਛੇ ਸੀ, ਲੇਕਿਨ ਥੋੜਾ ਜਿਹਾ ਜੋ ਸਮਾਜ ਸਮੇਂ ਦੇ ਹਿਸਾਬ ਨਾਲ ਫਰਕ ਪਿਆ, ਕਿਉਂਕਿ ਜਦੋਂ ਪੁਸਤਕਾਲੇ ਪੁਸਤਕਾਂ ਘਟ ਜਾਂਦੀਆਂ ਨੇ, ਮੋਬਾਈਲ ਬੇਸਡ ਸਾਰਾ ਕੁਝ ਹੋ ਜਾਂਦਾ ਹੈ, ਤਾਂ ਫਿਰ ਥੋੜਾ ਫਰਕ ਇਸ ਦੇ ਨਾਲ ਪੈਂਦਾ। ਬਿਲਕੁਲ ਬਿਲਕੁਲ, ਮੈਂ ਸਮਝਦਾ। ਤੇ ਸਰ ਜਿੱਦਾਂ ਤੁਸੀਂ ਕਵਿਤਾ ਤੋਂ ਬਾਅਦ ਕਹਾਣੀਆਂ ਵੀ ਲਿਖੀਆਂ, ਤੁਹਾਡੇ ਜਿਹੜੇ ਸਿਰਲੇਖ ਹੈਗੇ ਆ ਬਹੁਤ ਖੂਬਸੂਰਤ ਨੇ, ਜਿਵੇਂ ਜ਼ਿੰਦਗੀ ਕੇ ਬਾਅਦ, ਹਮਾਰਾ ਵੀ ਹੋਗਾ ਆਸਮਾਂ, ਇਹ ਜੋ ਹੈ ਜ਼ਿੰਦਗੀ। ਇਹਨਾਂ ਜਿਹੜੇ ਸਿਰਲੇਖ ਨੇ ਕਹਾਣੀਆਂ ਦੇ ਬਹੁਤ ਖੂਬਸੂਰਤ ਨੇ। ਸਿਰਲੇਖ ਕਹਾਣੀ ਬਿਆਨ ਕਰ ਰਹੇ ਨੇ, ਕੋਈ ਇੱਕ ਐਸੀ ਕਹਾਣੀ ਜਿਹਦੇ ਬਾਰੇ ਤੁਸੀਂ ਜ਼ਿਕਰ ਕਰਨਾ ਚਾਹੋ? ਦੇਖੋ, ਹਰ ਇੱਕ ਕਹਾਣੀ ਮੈਨੂੰ ਇੰਨੀ ਪਿਆਰੀ ਲੱਗ ਰਹੀ ਹੈ। ਹਾਂ, ਮਾਂ ਨੂੰ ਸਾਰੇ ਪੁੱਤ ਇੱਕੋ ਜਿਹੇ। ਤਾਂ ਇੱਕ ਕਹਾਣੀ ਜ਼ਿੰਦਗੀ ਕੇ ਬਾਅਦ ਮੈਂ ਸਮਝਣਾ ਕਿ ਇਹ ਹੈਗੀ ਆਰਗਨ ਡੋਨੇਸ਼ਨ ਦੇ ਉੱਤੇ ਔਰ ਇਹ ਕਹਾਣੀ ਮੈਂ ਪ੍ਰਭਾਵਿਤ ਹੋਇਆ। ਮੈਂ ਇੱਥੇ ਵੀ ਆਪਣੇ ਨਜ਼ਦੀਕ ਵੀ ਇੱਕ ਡੈਥ ਹੋਈ ਸੀ, ਉਸ 'ਤੇ ਵੀ ਲੋਕਾਂ ਨੇ ਆਰਗਨ ਡੋਨੇਟ ਕੀਤੇ। ਔਰ ਇੱਕ 3 ਸਾਲ ਦਾ ਬੱਚਾ ਸੀ ਰਾਜਸਥਾਨ ਦੇ ਵਿੱਚ, ਉਸਦੀ ਡੈਥ ਹੋਈ, ਛੱਤ ਤੋਂ ਗਿਰ ਕੇ ਮਰ ਗਿਆ, ਔਰ ਉਸ ਬੱਚੇ ਨੇ 7 ਲੋਕਾਂ ਨੂੰ ਜ਼ਿੰਦਗੀ ਦਿੱਤੀ। ਵਾਹ। ਉਸ ਤੋਂ ਪ੍ਰਭਾਵਿਤ ਹੋ ਕੇ ਮੈਂ ਇਹ ਕਹਾਣੀ ਜ਼ਿੰਦਗੀ ਕੇ ਬਾਅਦ, ਕਿਉਂਕਿ ਦੇਖੋ ਸਾਰਾ ਕੁਝ ਰਾਖੇ 'ਚ ਮਿਲ ਜਾਂਦਾ ਹੈ, ਲੇਕਿਨ ਜੇ ਤੁਸੀਂ ਕਿਸੇ ਦੁਨੀਆ ਤੇ ਜਾਣ ਤੋਂ ਬਾਅਦ ਵੀ ਤੁਸੀਂ ਕਿਸੇ ਦੇ ਕੰਮ ਆਉਂਦੇ ਹੋ ਤਾਂ ਉਹ ਬਹੁਤ ਵੱਡੀ ਗੱਲ ਹੈ। ਤਾਂ ਉਸ ਵਿੱਚ ਇਹ ਹੈ ਕਿ ਅਸੀਂ ਜ਼ਿੰਦਗੀ ਤੋਂ ਬਾਅਦ ਵੀ ਜੀ ਸਕਨੇ ਹਾਂ, ਕਿਸੇ ਹੋਰ ਦੀ ਅੱਖਾਂ ਦੀ ਮੁਸਕਰਾਹਟ ਬਣ ਕੇ, ਕਿਸੇ ਹੋਰ ਦੇ ਦਿਲ ਦੀ ਧੜਕਣ ਬਣ ਕੇ। ਤਾਂ ਇਹ ਕਹਾਣੀ ਦਾ ਕਿੰਨਾ ਖੂਬਸੂਰਤ ਸਿਰਲੇਖ ਆ, ਤੇ ਉਹ ਪੂਰੀ ਕਹਾਣੀ ਨੂੰ ਇੱਕ ਵਿਜ਼ੂਅਲਾਈਜ਼ ਕਰ ਰਿਹਾ ਹੈਗਾ, ਹੈ ਨਾ। ਤੇ ਸਰ ਇੱਕ ਹੈਗਾ ਹਮਾਰਾ ਵੀ ਹੋਗਾ ਆਸਮਾਂ, ਇਹਦੇ ਬਾਰੇ ਵੀ ਚਰਚਾ ਕਰਾਂਗੇ। ਦੇਖੋ, ਇਹ ਕਹਾਣੀ ਕੈਨੇਡਾ ਜਾਂ ਬਾਹਰਲੇ, ਕੱਲਾ ਕੈਨੇਡਾ ਹੀ ਨਹੀਂ, ਬਾਹਰਲੇ ਮੁਲਕਾਂ 'ਚ ਗਿਆ ਹੋਏ ਸਾਡੇ ਨੌਜਵਾਨਾਂ ਦੀ ਹੈ ਕਿ ਉਹ ਉੱਥੇ ਜਾ ਕੇ ਕੁਝ ਮਤਲਬ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਟਾਲ ਰਹੇ ਨੇ। ਔਰ ਕੁਝ ਲੋਕ ਨਿਰਾਸ਼ ਹੋ ਜਾਂਦੇ ਨੇ, ਪਰ ਇਹ ਨਿਰਾਸ਼ ਨਹੀਂ ਹੁੰਦੇ, ਕਿਉਂਕਿ ਪੰਜਾਬੀਆਂ ਦਾ ਇੱਕ ਤਾਂ ਗੱਲ ਹੈ ਕਿ ਜੇ ਅਸੀਂ ਸੋਚ ਲਿਆ ਤਾਂ ਠਾਣ ਲਿਆ ਤਾਂ ਅਸੀਂ ਕਰ ਹੀ ਦੇ। ਤਾਂ ਉਹ ਜਾ ਕੇ ਉੱਥੇ ਫਿਰ ਬੜੀਆਂ ਉਹਨਾਂ ਨੂੰ ਇਸ ਤਰ੍ਹਾਂ ਦੀ ਸਿਚੁਏਸ਼ਨਸ ਆਉਂਦੀਆਂ ਨੇ। ਉਸੇ ਜਿਹੜਾ ਉਸਦਾ ਹੀਰੋ ਹੈ ਉਹ ਕਿਸ ਤਰ੍ਹਾਂ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ, ਉਸ ਕੋਂਡੋ ਦੇ ਵਿੱਚ ਗੋਲੀ ਚੱਲ ਜਾਂਦੀ ਹੈ ਔਰ ਉਹ ਜ਼ਖਮੀ ਹੋ ਜਾਂਦਾ ਹੈ। ਉਸ ਤੋਂ ਬਾਅਦ ਵੀ ਮਤਲਬ ਉਹ ਆਪਣੇ ਸਾਥੀਆਂ ਨਾਲ, ਪੰਜਾਬ ਦੇ ਸਾਥੀਆਂ ਨਾਲ ਮਿਲ ਕੇ ਤੇ ਆਪਣੇ ਬਿਜ਼ਨਸ ਉੱਤੇ ਖੜਾ ਕਰਦਾ ਹੈ ਔਰ ਆਪਣੀ ਲਾਈਫ ਬਹੁਤ ਵਧੀਆ ਤਰ੍ਹਾਂ ਆਪਣਾ ਜੀਂਦਾ ਹੈ। ਕਹਿੰਦੇ ਨੇ ਹਮਾਰਾ ਵੀ ਹੋਗਾ ਆਸਮਾਨ, ਮਤਲਬ ਅਸੀਂ ਇਸ ਤਰ੍ਹਾਂ ਦੀ ਉੱਪਰ ਦੇਖਾਂਗੇ ਔਰ ਅੱਗੇ ਤੋਂ ਅੱਗੇ ਵਧਾਂਗੇ। ਇੱਕ ਕਨਸੈਪਟ ਹੈ ਕਿ ਆਸਮਾਨ ਸਭ ਦਾ ਸਾਂਝਾ, ਹਰ ਇੱਕ ਨੂੰ ਹੱਕ ਆ ਉਹਦੇ 'ਚ ਉਡਾਨ ਭਰਨ ਦਾ। ਉਹ ਕਹਾਣੀ ਇਹ ਵਿਸਥਾਰ ਦਿੰਦੀ ਹੈ। ਸਰ ਅੱਜ ਕੱਲ੍ਹ ਜਿਹੜੀ ਕਵਿਤਾ ਹੈਗੀ ਹੈ, ਵੱਖ-ਵੱਖ ਰੂਪ ਆ ਰਹੇ ਆ, ਚਾਹੇ ਹਿੰਦੀ 'ਚ ਦੇਖੋ, ਪੰਜਾਬੀ 'ਚ ਵੇਖੋ। ਇਹ ਜਿਹੜਾ ਕਵਿਤਾ ਦਾ ਮਿਆਰ ਆ, ਅੱਜ ਇਹਨੂੰ ਤੁਸੀਂ ਕਿੱਥੇ ਦੇਖਦੇ ਹੋ ਬਤੌਰ ਲੇਖਕ? ਦੇਖੋ, ਮੈਂ ਇਹ ਸਮਝਣਾ ਕਿ ਜਦੋਂ ਹਰ ਇੱਕ ਚੀਜ਼ ਵਿੱਚ ਪਰਿਵਰਤਨ ਆ ਰਿਹਾ ਹੈ ਔਰ ਸਮਾਂ ਜਿਹੜਾ ਹੈ ਇਹ ਪਰਿਵਰਤਨ ਤਾਂ ਆਏਗਾ ਹੀ ਆਏਗਾ, ਨੋ ਵਨ ਕੈਨ ਸਟਾਪ ਇਟ। ਤਾਂ ਇਸ ਪਰਿਵਰਤਨ ਦੇ ਵਿੱਚ ਵੀ ਕਵਿਤਾ ਨੂੰ ਆਪਾਂ ਇਹ ਕਹਿ ਦੀ ਕਿ ਕਵਿਤਾ ਖਤਮ ਹੋ ਗਈ ਹੈ, ਟੁੱਟ ਗਈ ਹੈ, ਮਰ ਗਈ, ਨਹੀਂ, ਨਥਿੰਗ।
कविता ਜਿਹੜੀ ਹੈ ਉਹ ਤਾਂ ਮਾਰੀ ਨਹੀਂ ਸਕਦੀ। ਮੁਹਾਂਦਰਾ ਬਦਲ ਸਕਦਾ। हाँ, उसका रूप बदल जाएगा। नदी है, देखो ना, नदी एक पहाड़ तो निकली, किते उसमें इन्नी जगह मिल गई, उसने तो अपने वेग नाल निकल जाना। ਤਾਂ मतलब कविता ਜਿਹੜੀ ਹੈ ਉਹ ਮੈਂ ਨਹੀਂ ਸਮਝਦਾ ਕਿ ਚਲੋ ਕਿਸੇ ਵੀ ਰੂਪ ਵਿੱਚ ਹੈ। ਕਵਿਤਾ ਦੇ ਰੂਪ ਬਦਲਦੇ ਰਹਿੰਦੇ ਨੇ, ਸਲੋਗਨ ਆ ਗਿਆ ਔਰ ਗਜ਼ਲ ਆ ਗਈ, ਗੀਤ ਆ ਗਏ, ਬਾਕੀ ਲੋਕ ਹਰ ਤਰ੍ਹਾਂ ਦੀ ਵਿਧਾ ਦੇ ਵਿੱਚ ਹਾਲੇ ਵੀ ਲਿਖ ਰਹੇ। ਲੇਕਿਨ ਕਵਿਤਾ ਦੀ ਜਿਹੜੀ ਮੇਨ ਗੱਲ ਹੈ ਉਹ ਕਿ ਸੰਵੇਦਨਸ਼ੀਲਤਾ ਉਹ ਖਤਮ ਨਹੀਂ ਹੋਣੀ ਚਾਹੀਦੀ। ਜਦੋਂ ਉਹ ਖਤਮ ਹੋ ਗਈ ਉਦੋਂ ਕਵਿਤਾ ਨਹੀਂ। ਬਸ ਕਵਿਤਾ ਤੁਹਾਨੂੰ, मैं एक कविता लिखी है सावन, सावन की आवन की बात करो साथिया, दिल के लुभावन की बात करो साथिया। क्या बात। ता मैं पौराणिक प्रतीक भी लेने से ता मैं जे थोड़ी इजाजत हो बिल्कुल बिल्कुल सर जरूर। ता वो कविता भी मेरी मतलब मैं समझना उस विच गल कीती है। और सावन के आवन की बात करो साथिया, दिल के लुभावन की बात करो साथिया, सावन के आवन की बात करो साथिया। आगे से एक दो पैरे सुनाऊंगा कि धरती की तपश हरन काले मेघ आए हैं, क्या बात, सपने आशाओं के बूंदों मिलाए हैं। धरती की तपश हरन काले मेघ आए हैं, सपने आशाओं के बूंदों मिलाए हैं। सावन की तीज में जब पायल ने थिरकन की, सतरंगी पींघ के ही रंग भरो साथिया, सावन के आवन। वाह। और तीव्र लू के झोंकों ने बदन सब जलाया है। देखिए प्रतीक ने, लू का मतलब कली ਉਹ लू नहीं, लू का मतलब ਜਿਹੜੇ समाज ਦੇ ਵਿੱਚ जो भी प्रॉब्लम आ रही है समस्यावां। तीव्र लू की झोंकों ने बदन सब जलाया है, शूलों ने पांवों को बेद बेद खाया है। भागीरथ के वंशज कष्ट से कब डरते हैं, देव नदी लाने को पांव धरो साथिया, सावन के आवन की बात करो। एक लास्ट पैरा जी। जर्जर सी जिंदगी से थका मंदा हाल है, कर्जे के फंदों से हुआ वो निढाल है। वाह। मैं किसान निकल कर रहे थे। जर्जर सी जिंदगी से थका मंदा हाल है, कर्जे के फंदों से हुआ वो निढाल है। देश का किसान तरसे लम्हा लम्हा जिंदगी को, यातना के पाश को अब दूर करो साथिया, सावन के आवन की बात करो साथिया, दिल के लुभावन की बात करो साथिया। वाह, बहुत खूबसूरत सर। वाकई सावन किते भी होवे, ਭਾਸ਼ਾ ਸੱਭਿਆਚਾਰ ਕਿਤੇ ਵੀ ਹੋਵੇ, ਉਹਦੀ ਮਹਿਕ ਤੇ ਜਿਹੜੀ ਉਹਦੀ ਰੰਗਤ ਆ ਉਹ ਕਮਾਲ ਦੀ ਹੁੰਦੀ ਹੈ। ਉਹਨੂੰ ਕੋਈ ਵੀ ਪਿੱਛੇ ਨਹੀਂ ਕਰ ਸਕਦਾ, ਜਾਂ ਕਹਿ ਦਈਏ ਕਿਸੇ ਵੀ ਚੀਜ਼ ਦਾ ਉੱਤੇ ਰੰਗਤ ਨਹੀਂ ਚੜ ਸਕਦੀ, ਉਹ ਲੋਕਾਂ ਤੇ ਰੰਗਤ ਚੜਾ ਸਕਦੀ ਹੈ। ਵਾਕਈ ਬਹੁਤ ਖੂਬਸੂਰਤ ਗੱਲਬਾਤ। ਹਾਂਜੀ ਸਰ, ਪਹਿਲਾਂ ਅਸੀਂ ਰੰਗ ਮਾਣਿਆ ਸਾਵਣ ਦੇ ਮਹੀਨੇ ਦੀ, ਉਸ ਸੋਹਣੀ ਜੀ ਰੰਗਤ ਦਾ, ਉਹ ਮਾਹੌਲ ਦਾ, ਵਾਤਾਵਰਨ ਦਾ। ਹੁਣ ਗੱਲਬਾਤ ਕਰਨੀ ਹੈ, ਤੁਸੀਂ ਸਲੋਗਨ ਸ਼ਾਇਰੀ ਵੀ ਲਿਖੀ ਹੈ ਜੀ, ਉਹ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝ ਪਾਓ। ਠੀਕ ਹੈ ਜੀ। मैं कुछ एक अपनियां दोनों किताबां बाद जो बाद वालियां ने उससे विच स्लोगन्स लिखे है। और मैं कहना कि स्लोगन कविता ਜਿਹੜੀ ਹੈ ਉਹ ਇੱਕ ਇਸ ਤਰ੍ਹਾਂ ਦੀ ਹੈ ਜਿਹੜੀ ਬਹੁਤ ਕਮ ਸਮੇਂ ਦੇ ਵਿੱਚ ਆਪਣਾ ਆਈਡੀਆ ਤੁਹਾਡੇ ਸਾਹਮਣੇ ਆਪਣਾ ਵਿਚਾਰ ਵਿਅਕਤ ਕਰਦੀ ਹੈ। ਤਾਂ ਇੱਕ ਮੇਰੀ ਕਿਤਾਬ ਹੈ, ਉਸ ਬਾਰੇ ਚ ਆਪਾਂ ਕੋਈ ਜ਼ਿਆਦਾ ਜ਼ਿਕਰ ਨਹੀਂ ਕੀਤਾ, ਇੱਕ ਸੰਕਲਪ ਇੱਕ ਸੰਗਰਾਮ।
ਇਹ HIV ਏਡਸ ਦੇ ਉੱਤੇ ਮੈਂ ਲਿਖੀ ਸੀ ਉਸ ਸਮੇਂ ਦੇ ਵਿੱਚ ਜਦੋਂ ਇਹ ਹਾਂਜੀ, ਸਮੱਸਿਆ ਬਹੁਤ ਜ਼ਿਆਦਾ ਸੀ। ਬਹੁਤ ਜ਼ਿਆਦਾ ਸੀ 2000 ਦੇ ਮੱਧੇ ਸਾਲ ਦੇ ਵਿੱਚ। ਤਾਂ ਇਸ ਵਿੱਚ ਮੈਂ ਕੁਝ ਇੱਕ ਸਲੋਗਨ ਲਿਖੇ ਨੇ, ਮੈਂ ਸਾਂਝੇ ਕਰਾਂਗਾ ਜੀ ਜੀ ਬਿਲਕੁਲ। ਕਿ ਏਡਸ ਤੇ ਰੋਗ ਨਾਲ ਜਿਹੜੇ ਲੋਕ ਗ੍ਰਸਿਤ ਸੀ, ਲੋਕਾਂ ਨੇ ਉਹਨਾਂ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਬੜਾ ਮਾੜਾ ਦੌਰ ਸੀ ਹਾਂ, ਇੱਕ। ਕਈ ਜਗ੍ਹਾ ਤਾਂ ਬੱਚੇ ਸਕੂਲ ਤੋਂ ਵੀ ਹਟਾ ਦਿੱਤੇ ਗਏ ਜਾਂ ਉਹਨਾਂ ਦਾ ਸੋਸ਼ਲ ਬਾਈਕਾਟ ਕੀਤਾ ਸੀ। ਤਾਂ ਉਸ ਵਿੱਚ ਕੁਝ ਗੱਲਾਂ ਨੇ। ਇੱਕ ਤਾਂ ਸੀ ਕਿ एड्स रोगी को भी दो प्यार, उसका भी है यह संसार, नफरत नहीं दो से मुस्कान, उसका जीना करो आसान। वाह। ਤਾਂ इसी तरह घृणा एड्स रोगी से बिल्कुल ना करे, बची हुई जिंदगी की मुस्कान ना हरे। वाह। तो मैं कोशिश की थी कि संवेदनशीलता ऐसे भी होवे। एड्स रोग से पीड़ित बच्चा पात्र हमारी हमदर्दी का, शिक्षा का अधिकार जो छीने, उसको क्या हक बेदर्दी का। वाह, बहुत खूब। हाँ, और इसी तरह ही जी इससे उत्ते बहुत सारे मतलब एड्स से उत्ते ने ढोल पीट कर अब जन जन को यह चेता दो, ढोल पीट कर अब जन जन को तुम चेता दो, एड्स छूत का रोग नहीं ये बात बता दो। वाह। सो इस उत्ते होर बहुत सारे स्लोगन्स ने। और इस तरह जेडे फीमेल फुटसाइड या जेड़ा नारी शक्ति दे उत्ते उससे चूई मैं दिता है कि नवयुग का है यह फरमान, बेटी बेटा एक समान। वाह। ਤਾਂ ਇਹ ਸਲੋਗਨ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਹੋਇਆ ਵੀ ਸੀ ਕੰਪੀਟੀਸ਼ਨ, ਉਸ ਦੇ ਵਿੱਚ ਸਲੋਗਨ ਫਸਟ ਸੀ। ਔਰ ਇੱਕ ਹੋਰ ਸੀ ਬੇਟਾ ਬੇਟੀ ਦੋਨੋਂ ਪਿਆਰੇ, ਮਾਤ ਪਿਤਾ ਕੀ ਆਂਖ ਕੇ ਤਾਰੇ। ਤਾਂ ਹੋਰ ਬਹੁਤ ਸਾਰੇ ਇਸ ਦੇ ਵਿੱਚ ਨੇ। स्नेह और ममता की दुलारी, शक्ति दुर्गा रूप है नारी। वाह, ਤਾਂ बहुत खूब। ਇਹ ਮਤਲਬ ਇਸ ਤਰ੍ਹਾਂ ਏਡਸ ਦੇ ਉੱਤੇ ਔਰ ਦੂਸਰੇ ਉੱਤੇ ਸਲੋਗਨਸ ਹੋਰ ਵੀ ਬਹੁਤ ਨੇ, ਜਿਸ ਤਰ੍ਹਾਂ झांसी की रानी की वंशज अबला नहीं कहाएगी। वाह। झांसी की रानी की वंशज अबला नहीं कहाएगी, जूडो और कराटे सीख के आत्मरक्षा कर पाएगी। वाह, बहुत खूबसूरत। हाँ जी। ਵਾਕਈ ਨਾਰੀ ਦੀ ਬਹੁਤ ਸੋਹਣਾ ਇੱਕ ਚਿੱਤਰਣ ਆ, ਉਹਦੇ ਬਹਾਦਰੀ ਦਾ, ਉਹਦੀ ਸੂਰਮਗਤੀ ਦਾ, ਹੈ ਨਾ। ਤੇ ਸਰ ਜਿੱਦਾਂ ਹੁਣ ਸਾਹਿਤ ਨੂੰ ਲੈ ਕੇ ਵੇਖੀਏ, ਚਾਹੇ ਹਿੰਦੀ ਹੈ ਪੰਜਾਬੀ ਹੈ, ਮੁਸ਼ਾਇਰੇ ਹੁੰਦੇ ਨੇ, ਕਵੀ ਦਰਬਾਰ ਹੁੰਦੇ ਨੇ, ਤੁਸੀਂ ਸ਼ਿਰਕਤ ਕਰਦੇ ਹੋਵੋਗੇ ਤੇ ਤੁਸੀਂ ਇੱਕ ਕਹਿੰਦੇ ਹੁੰਦੇ ਆ ਨਾ, ਸਾਨੂੰ ਉਹਦਾ ਰਿਜ਼ਲਟ ਪਤਾ ਲੱਗ ਜਾਂਦਾ, ਭਵਿੱਖ ਦੇ ਵਿੱਚ ਸੰਭਾਵਨਾਵਾਂ ਕੀ ਹੈ ਕਵਿਤਾ ਨੂੰ ਲੈ ਕੇ, ਕਿੱਦਾਂ ਦਾ ਮਿਆਰ ਉਪਜਰਿਆ ਹੁਣ ਅੱਗੇ। मैं बहुत अच्छी कविता भी सुनी है और कुछ एक कविता इस तरह की भी आ रही है कि जेड़े मतलब जस्ट समझ लो भाई संख्या ਵਧਾਉਣ ਵਾਸਤੇ, ਮਤਲਬ ਗਿਣਾਤਮਕ ਪੱਖ ਤੋਂ ਜ਼ਿਆਦਾ ਗੁਣਾਤਮਕ ਪੱਖ ਤੋਂ ਬਹੁਤ ਹੇਠਾਂ। ਹਾਂਜੀ ਹਾਂਜੀ। ਤਾਂ ਮੈਂ ਤਾਂ ਸਮਝਣਾ ਕਿ ਕਵਿਤਾ ਦਾ ਭਵਿੱਖ ਕਦੇ ਵੀ ਮਾੜਾ ਨਹੀਂ ਹੈ। ਮੈਂ ਸਮਝਣਾ ਕਿ ਜੇ ਇਸ ਤਰ੍ਹਾਂ ਦੇ ਅੱਛੇ ਸ਼ਾਇਰ, ਅੱਛੇ ਕਵਿਤਾ ਦਾ ਰੂਪ ਬਦਲ ਸਕਦਾ ਹੈ, ਲੇਕਿਨ ਕਵਿਤਾ ਦੇ ਵਿੱਚ ਹਾਲੇ ਵੀ ਰਸ ਆ ਰਿਹਾ ਹੈ ਔਰ ਬਹੁਤ ਜਗ੍ਹਾ ਬਹੁਤ ਅੱਛੇ ਮੁਸ਼ਾਇਰੇ ਹੋ ਰਹੇ ਨੇ ਔਰ ਬਹੁਤ ਅੱਛੇ ਸ਼ਾਇਰ ਵੀ ਨੇ ਜਿਹੜੇ ਕਿ ਕਵਿਤਾ ਨੂੰ ਜ਼ਿੰਦਾ ਰੱਖਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ। ਬਿਲਕੁਲ। ਇੱਕ ਪਾਸੇ ਸਰ ਸਾਹਿਤਕ ਚੋਰੀਆਂ ਹੁੰਦੀਆਂ, ਦੂਸਰੇ ਪਾਸੇ ਸਨਮਾਨਾਂ ਦੀ ਦੌੜ ਲੱਗੀ ਹੋਈ ਹੈ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਨਾ ਪੁੱਛੋ ਬਸ, ਕਿਉਂਕਿ ਸਨਮਾਨ ਜਿਹੜਾ ਹੈ, ਜੇ ਤਾਂ ਸਨਮਾਨ ਤੁਹਾਡੀ ਵਿਦਵਤਾ ਨੂੰ ਸਾਹਮਣੇ ਰੱਖ ਕੇ ਹੈ ਹਾਂ ਤੇ ਫਿਰ ਤਾਂ ਉਹ ਸਨਮਾਨ ਉਤਸ਼ਾਹਿਤ ਕਰਦਾ ਹੈ। ਬਿਲਕੁਲ। ਔਰ ਜਦੋਂ ਸਨਮਾਨ ਮਤਲਬ ਕਿਉਂਕਿ ਸੋਸਾਇਟੀ ਦੇ ਵਿੱਚ ਜੋ ਹੋ ਰਿਹਾ ਉਸ ਦੇ ਵਿੱਚ ਇਹ ਚੀਜ਼ਾਂ ਵੀ ਆਉਂਦੀਆਂ ਨੇ, ਬਿਲਕੁਲ, ਤਾਂ ਫਿਰ ਉਹ ਇੱਕ ਹਤੋਤਸ਼ਾਹਿਤ ਕਰਦਾ ਹੈ ਲੋਕਾਂ ਨੂੰ। ਲੇਕਿਨ ਚੰਗੇ ਲੋਕਾਂ ਦਾ ਸਨਮਾਨ ਵੀ ਹੋ ਰਿਹਾ। ਤਾਂ ਮਤਲਬ ਸਨਮਾਨ ਦੇ ਨਾਲ ਇਹ ਹੈ ਕਿ ਜੇ ਅਸੀਂ ਬਿਲਕੁਲ ਹੀ ਸਨਮਾਨ ਦੇ ਨਾਲ ਜੁੜ ਜਾਈਏ ਕਿ ਸਨਮਾਨਿਤ ਹੋਵਾਂਗੇ ਤਾਂ ਹੀ ਕਰਾਂਗੇ, ਤਾਂ ਮੇਰਾ ਖਿਆਲ ਹੈ ਸਾਡੇ ਫਰਜ਼ ਖਤਮ ਹੋ ਜਾਣਗੇ। ਇੱਕ ਕਵੀ ਨੂੰ ਆਪਣੀ ਜੋ ਕਰਮਸ਼ੀਲਤਾ ਹੈ ਉਸ ਵਿੱਚ ਲੱਗਿਆ ਰਹਿਣਾ ਚਾਹੀਦਾ। ਸਨਮਾਨ ਨਾ ਹੋਏਗਾ ਤਾਂ ਕਮ ਸੇ ਕਮ ਸਮਾਜ ਦਾ ਤਾਂ ਕੁਝ ਫਾਇਦਾ ਹੋਏਗਾ। ਕਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਨਮਾਨ ਹੁੰਦਾ ਸਮਾਜ ਲਈ, ਸਾਹਿਤ ਲਈ। ਦੇਖੋ ਉਦੈ ਭਾਨੂਹੰਸ ਨੇ ਉਹਨਾਂ ਨੇ ਕਿਹਾ ਸੀ कि अगर कहीं कवि जन्म न लेता धरती पर स्याही रह जाती और हर आंसू अनाथ कहलाता,
ਪੀੜਾ ਅਣਵਿਆਹੀ ਰਹਿ ਜਾਂਦੀ। ਵਾਹ ਵਾਹ ਵਾਹ, ਕੀ ਤਾਂ ਕਵਿਤਾ ਜਿਹੜੀ ਹੈ ਉਹ ਮਤਲਬ ਸਮਾਜ ਦੇ ਵਾਸਤੇ ਹੈ ਔਰ ਸਨਮਾਨ ਅਪਮਾਨ ਜਿਹੜੇ ਨੇ ਇਹਨਾਂ ਤੋਂ ਕਵੀ ਦੂਰ ਹੋ ਕੇ ਰਹੇ। ਨਿਰਾਲਾ ਜੀ ਨੂੰ ਆਪਣੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਅਪਮਾਨਿਤ ਕੀਤਾ ਗਿਆ। ਮੁਨਸ਼ੀ ਪ੍ਰੇਮਚੰਦ ਜੀ ਦਾ ਉਸ ਵਕਤ ਕੋਈ ਖਾਸ ਨਹੀਂ, ਉਹਨਾਂ ਦੀ ਮਤਲਬ ਦੇਖੋ ਅੱਜ ਕੱਲ੍ਹ ਉਹ ਪੂਜੇ ਜਾ ਰਹੇ ਨੇ ਲੋਕ। ਤਾਂ ਜਿਹੜਾ ਜੋ ਚੀਜ਼ ਹੈ ਜਿਹੜਾ ਅੱਛਾ ਹੈ ਉਹ ਅੱਗੇ ਤਾਂ ਆਏਗਾ ਹੀ ਆਏਗਾ। ਬਿਲਕੁਲ, ਮੈਂ ਤਾਂ ਇਸ ਪੋਜ਼ਿਟਿਵਿਟੀ ਨੂੰ ਲੈ ਕੇ ਚੱਲਣਾ ਔਰ ਮੇਰੀ ਕਵਿਤਾ ਦਾ ਸਵਰ ਪੋਜ਼ਿਟਿਵਿਟੀ ਹੈ। ਬਿਲकुल। मैं एक कविता लिखी है कि जिंदगी गीत है इसका श्रृंगार कर लो, कितनी मासूम है तुम इसे प्यार कर लो, वाह। और तेरा विश्वास क्यों डगमगाने लगा, क्यों स्वयं से तू नजरें चुराने लगा, रात काली से ही है अंधेरा तो क्या, चांद पूनम का निकलेगा ये आस कर। वाह, क्या बात। तो जिंदगी ਜਿਹੜੀ ਹੈ ਉਹ ਬਹੁਤ ਖੂਬਸੂਰਤ ਹੈ। ਬਿਲਕੁਲ, ਸਾਨੂੰ ਇਹਦਾ ਹਰ ਰੰਗ ਮਾਨਣਾ ਚਾਹੀਦਾ। ਵਾਕਈ ਸਰ ਤੁਹਾਡਾ ਜਿਹੜਾ ਸਫ਼ਰ ਬਹੁਤ ਸ਼ਾਨਦਾਰ ਹੈ, ਬਹੁਤ ਖੂਬਸੂਰਤ ਹੈ, ਗੱਲਬਾਤ ਬਹੁਤ ਖੂਬਸੂਰਤ ਹੋਈ। ਅਸੀਂ ਦੁਆ ਕਰਦੇ ਹਾਂ ਕਿ ਤੁਹਾਡੀ ਕਲਮ ਦਾ ਜਿਹੜਾ ਇਕਬਾਲ ਹੈਗਾ ਸਦਾ ਬੁਲੰਦ ਰਹੇ। ਬਹੁਤ ਸ਼ੁਕਰੀਆ ਤੁਹਾਡਾ ਸਾਡੇ ਪ੍ਰੋਗਰਾਮ 'ਚ ਆਉਣ ਲਈ। ਪਿਆਰੇ ਦਰਸ਼ਕੋ, ਕਵਿਤਾ ਦੀ ਗੱਲਬਾਤ ਹੋਈ ਹੈ, ਬਹੁਤ ਸਾਰੀ ਅਸੀਂ ਵਿੱਚੋਂ ਮਹਿਕ ਮਾਣੀ ਹੈ ਵਿਰਾਸਤ ਦੀ ਤੇ ਹੋਰ ਬਹੁਤ ਸਾਰੇ ਸਰੋਕਾਰਾਂ ਦੀ। ਤੁਹਾਡਾ ਇਸ ਪ੍ਰੋਗਰਾਮ ਦੇ ਬਾਰੇ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਸਿਰਨਾਮੇ info@justbroadcasting ਦੇ ਜ਼ਰੀਏ ਸਾਨੂੰ ਭੇਜ ਸਕਦੇ ਹੋ। ਹੁਣ ਮੈਨੂੰ ਡਾਕਟਰ ਵੀਰ ਨੂੰ ਤੇ ਸਰ ਵਿਨੋਦ ਸ਼ਰਮਾ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।